ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਮੱਤੇ ਦੀ ਸਰਾਂ ਮੁਕਤਸਰ ਸਾਹਿਬ ਦੇ ਕੋਲ, ਜਿਹਨੂੰ ਅੱਜ ਕੱਲ੍ਹ ਨਾਗੇ ਦੀ ਸਰਾਂ ਕਹਿੰਦੀ ਹੈ, ਕਿਉਂਕਿ ਇਹ ਸਰਾਂ ਜਿਹੜੀ ਸੀ ਇੱਕ ਵਾਰੀ ਉਜੜ ਗਈ ਸੀ ਮੁਗਲਾਂ ਦੇ ਰਾਜ ਦੇ ਸਮੇਂ। ਉਸ ਤੋਂ ਬਾਅਦ ਕਿਸੇ ਨਾਗੇ ਸਾਧੂ ਨੇ ਵਸਾਈ ਅਤੇ ਫਿਰ ਇਹਦਾ ਨਾਮ ਮੱਤੇ ਦੀ ਸਰਾਂ ਤੋਂ ਨਾਗੇ ਦੀ ਸਰਾਂ ਜਿਹੜੀ ਸੀ ਮਸ਼ਹੂਰ ਹੋਇਆ। ਉਸ ਮੱਤੇ ਦੀ ਸਰਾਂ ਵਿਖੇ ਇੱਕ ਪਰਿਵਾਰ ਰਹਿੰਦਾ ਹੈ, ਜਿਹਦੇ ਵਿੱਚ ਬਾਬਾ ਫੇਰੂਮੱਲ ਜੀ, ਮਾਤਾ ਦਇਆ ਕੌਰ, ਜਿਨ੍ਹਾਂ ਨੂੰ ਸਭਰਾਈ ਵੀ ਕਿਹਾ ਹੈ, ਮਾਤਾ ਭਾਗੋ ਕਰਕੇ ਵੀ ਉਹਨਾਂ ਦੇ ਨਾਮ ਆਏ ਹੈ, ਪਰ ਅਸਲ ਵਿੱਚ ਬਹੁਤੇ ਵਿਦਵਾਨਾਂ ਨੇ ਮਾਤਾ ਸਭਰਾਈ ਕਰਕੇ ਉਹਨਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਦੇ ਗ੍ਰਹਿ ਵਿਖੇ 1504 ਦੇ ਅੰਦਰ ਇੱਕ ਬੱਚੇ ਦਾ ਜਨਮ ਹੁੰਦਾ ਹੈ, ਜਿਹਦਾ ਨਾਮ ਪਰਿਵਾਰ ਦੇ ਵੱਲੋਂ ਲਹਿਣਾ ਰੱਖਿਆ ਜਾਂਦਾ ਹੈ। ਪਿਤਾ ਜਿਹੜੇ ਫੇਰੂਮੱਲ ਜੀ ਹੈ, ਜਿੱਥੇ ਇਹ ਹੱਟੀ ਕਰਦੇ ਆ, ਦੁਕਾਨਦਾਰੀ ਕਰਦੇ ਆ, ਕਰਿਆਨੇ ਦਾ ਸਮਾਨ ਵੇਚਦੇ ਆ, ਉੱਥੇ ਨਾਲ ਹੀ ਹਰ ਸਾਲ ਦੇਵੀ ਦੇ ਯਾਤਰਾ ਵਾਸਤੇ ਕਾਫਲਾ ਲੈ ਕੇ ਜਿਹੜੀ ਸੇਵਾ ਹੁੰਦੀ ਸਾਰੀ ਆਪ ਕਰਦੇ ਆ। ਇਸੇ ਤਰ੍ਹਾਂ ਹੀ ਪਿਤਾ ਜੀ ਦੇ ਜਾਣ ਤੋਂ ਬਾਅਦ ਇਹ ਸਾਰੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੇ ਸੰਭਾਲੀ, ਅਤੇ ਉੱਥੋਂ ਜਦੋਂ ਇਹ ਮੱਤੇ ਦੀ ਸਰਾਂ ਦੇ ਵਿੱਚ ਕੁਝ ਰੌਲਾ ਰੱਪਾ ਚੱਲਦਾ ਸੀ, ਅਤੇ ਇਹ ਪਰਿਵਾਰ ਜਿਹੜਾ ਸੀ ਕੁਝ ਸਮੇਂ ਹਰੀਕੇ ਆ ਕੇ ਵੀ ਰੁਕਿਆ। ਹਰੀਕੇ ਪੱਤਨ, ਉੱਥੇ ਵੀ ਇਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ। ਕੁਝ ਸਮਾਂ ਉੱਥੇ ਰੁਕਿਆ ਅਤੇ ਉੱਥੋਂ ਬਾਅਦ ਵਿੱਚ ਇਹ ਸੰਗਰ ਪਿੰਡ, ਖਡੂਰ ਸੰਗਰ ਜਿਹੜਾ ਵੱਜਦਾ ਸੀ, ਅੱਜ ਕੱਲ੍ਹ ਆਪਾਂ ਖਡੂਰ ਸਾਹਿਬ ਕਹਿ ਦਿੰਦੇ ਹਾਂ, ਉਦੋਂ ਖਡੂਰ ਅਤੇ ਸੰਗਰ ਇਕੱਠਾ ਹੀ ਸੀ। ਇੱਥੇ ਇਹਨਾਂ ਦੀ ਭੂਆ, ਜਿਨ੍ਹਾਂ ਦਾ ਨਾਂ ਵੇਰਾਈ ਕਰਕੇ ਆਇਆ ਹੈ, ਉਹ ਭੂਆ ਦੇ ਗ੍ਰਹਿ ਵਿਖੇ ਜਿਹੜਾ ਸੀ ਇਹ ਪਰਿਵਾਰ ਆ ਕੇ ਰਹਿਣ ਲੱਗ ਪਿਆ। ਫਿਰ ਆਪਣੀ ਜ਼ਮੀਨ ਬਣਾ ਕੇ ਆਪਣਾ ਇੱਥੇ ਕਾਰੋਬਾਰ ਜਿਹੜੀ ਸੀ ਉਹ ਦੁਕਾਨਦਾਰੀ ਸ਼ੁਰੂ ਕੀਤੀ, ਅਤੇ ਇੱਥੋਂ ਵੀ ਉਹ ਦੇਵੀ ਦਾ ਕਾਫਲਾ ਲੈ ਕੇ ਜਿਹੜੇ ਸੀ ਭਾਈ ਲਹਿਣਾ ਜੀ ਜਾਂਦੇ ਆ। ਇੱਕ ਦਿਨ ਭਾਈ ਜੋਧ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸਿੱਖ ਨੇ, ਉਹਨਾਂ ਦੇ ਕੋਲੋਂ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਦਾ ਇੱਕ ਸ਼ਬਦ ਇਹਨਾਂ ਦੇ ਕੰਨਾਂ ਦੇ ਵਿੱਚ ਪਿਆ, ਜਿਤ ਸੇਵੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਹੁਣ ਜਦੋਂ ਇਹ ਸ਼ਬਦ ਸੁਣਿਆ ਕਿ ਜਿਤ ਕੀਤਾ ਪਾਈਏ ਆਪਣਾ, ਵੀ ਮਣਾ ਜਿਹੜੇ ਤੂੰ ਕਰਮ ਕਰੇਂਗਾ ਉਹਨਾਂ ਕਰਮਾਂ ਦਾ ਲੇਖਾ ਤੈਨੂੰ ਦੇਣਾ ਪੈਣਾ ਹੈ, ਸੋ ਘਾਲ ਬੁਰੀ ਕਿਉਂ ਘਾਲੀਏ, ਇਸ ਕਰਕੇ ਅੱਜ ਤੋਂ ਬੁਰੀ ਘਾਲਣਾ ਕਰਨੀ ਛੱਡ ਦੇ। ਕੇਵਲ ਇੱਕ ਸ਼ਬਦ ਸੁਣਿਆ, ਅੰਦਰ ਵਿਛੋੜੇ ਦੀ ਚੋਟ ਜਿਹੜਾ ਸੀ, ਅੰਦਰ ਵਿਛੋੜੇ ਦਾ ਜ਼ਖਮ ਹੋ ਗਿਆ। ਉਹ ਐਸਾ ਤੀਰ ਵੱਜਾ। ਆਪਾਂ ਪਾਵਨ ਬਾਣੀ ਦੇ ਅੰਦਰ ਪਾਵਨ ਬੋਲ ਪੜ੍ਹਦੇ, ਸਤਿਗੁਰ ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਇ ਗਿਰ ਪਰਾ, ਪਰਿਆ ਕਲੇਜੇ ਛੇਕ। ਕੇਵਲ ਇੱਕ ਗੁਰੂ ਦੀ ਬਾਣੀ ਦਾ ਸ਼ਬਦ ਸੁਣਿਆ, ਉਸ ਬਾਣੀ ਦੇ ਸ਼ਬਦ ਨੇ ਅੰਦਰ ਇੰਨਾ ਕੁ ਜ਼ਖਮ ਕਰ ਦਿੱਤਾ ਕਿ ਉਹ ਵਿਛੋੜੇ ਦੀ ਤੜਫ ਲੱਗ ਗਈ। ਮਾफ़ ਕਰਿਓ, ਕਈ ਵਾਰੀ ਨਾ ਬਾਣੀ ਪੜ੍ਹਦਿਆਂ ਮੇਰੇ ਵਰਗਿਆਂ ਦੀ ਜ਼ਿੰਦਗੀ ਲੰਘ ਜਾਂਦੀ ਹੈ। ਕੋਈ ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਪਾਠ ਕਰਦੇ ਨੂੰ, ਕੋਈ ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਹੈ, ਪਰ ਸਾਡਾ ਅੰਦਰ ਨਾ ਤੇ ਕਦੇ ਸ਼ਾਂਤ ਹੋਇਆ। ਅੰਦਰ ਵਿਕਾਰਾਂ ਦੀ ਅੱਗ, ਈਰਖਾ ਦੀ ਅੱਗ ਅਤੇ ਕ੍ਰੋਧ ਦੀ ਅੱਗ ਸਾਡੇ ਅੰਦਰ ਕਦੇ ਸ਼ਾਂਤ ਨਹੀਂ ਹੁੰਦੀ। ਕਿਉਂਕਿ ਸਾਡਾ ਸੁਭਾਅ ਕੇਵਲ ਰੋਟੀਆਂ ਕਾਰਨ ਪੂਰੇ ਤਾਲ। ਜਿਸ ਦਿਨ ਵਾਕਿਆ ਸੱਚੀ ਅਸੀਂ ਅੰਦਰੋਂ ਗੁਰੂ ਦੇ ਅੱਗੇ ਰੋਣਾ ਸ਼ੁਰੂ ਕਰ ਦਿੱਤਾ, ਗੁਰੂ ਦੇ ਅੱਗੇ ਤਰਲੇ ਲੈਣੇ ਸ਼ੁਰੂ ਕਰ ਦਿੱਤੇ, ਗੁਰੂ 'ਤੇ ਹਮੇਸ਼ਾ ਦਰਵਾਜ਼ੇ ਖੋਲ੍ਹ ਕੇ ਖੜ੍ਹਾ ਏ। ਸਤਿਗੁਰੂ ਦੇ ਪਾਵਨ ਬੋਲ ਆਪਾਂ ਪੜ੍ਹਦੇ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹਾਂ ਕੋ ਕੀਜੈ, ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤੋ ਸਤਿਗੁਰ ਸ਼ਰਨ ਪਵੀਜੈ। ਜੇ ਆਤਮਿਕ ਸੁੱਖ ਚਾਹੁੰਦਾ ਹੈ, ਸਰੀਰਕ ਸੁੱਖ ਤੈਨੂੰ ਮਿਲ ਜਾਣਗੇ ਕੁਝ ਸਮੇਂ ਦੇ ਵਾਸਤੇ, ਪਰ ਉਹ ਸਦੀਵੀ ਨਹੀਂ। ਉਹਨਾਂ ਸੁੱਖਾਂ ਦੇ ਵਿੱਚ ਦੁੱਖ ਵੀ ਹੈ, ਉਹਨਾਂ ਸੁੱਖਾਂ ਦੇ ਵਿੱਚ ਈਰਖਾ ਵੀ ਹੈ, ਉਹਨਾਂ ਸੁੱਖਾਂ ਦੇ ਵਿੱਚ ਕ੍ਰੋਧ ਵੀ ਹੈ। ਪਰ ਜਿਹੜਾ ਆਤਮਿਕ ਸੁੱਖ ਗੁਰੂ ਦੇ ਕੋਲੋਂ ਆ ਕੇ ਮਿਲਣਾ ਹੈ, ਉਹਦੇ ਵਿੱਚ ਭਾਵੇਂ ਬੰਦ ਕੱਟਿਆ ਜਾਵੇ, ਚਾਹੇ ਚਰਖੜੀਆਂ 'ਤੇ ਕੋਈ ਚੜ੍ਹ ਜਾਵੇ, ਉਹ ਅੰਦਰ ਦੀ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਦਾ। ਕੇਵਲ ਇੱਕ ਸ਼ਬਦ ਸੁਣਿਆ, ਅੰਦਰ ਉਹ ਵਿਛੋੜੇ ਦਾ ਤੀਰ ਲੱਗ ਗਿਆ, ਸਮਝ ਪੈ ਗਈ ਗੁਰੂ ਦੇ ਸ਼ਬਦ ਦੀ। ਭਾਈ ਜੋਧ ਦੇ ਕੋਲ ਹੱਥ ਜੋੜ ਕੇ ਕਿਹਾ, ਭਾਈ ਸਾਹਿਬ ਇਹ ਕਿਹਦਾ ਸ਼ਬਦ ਪੜ੍ਹਿਆ? ਉਹਨਾਂ ਕਿਹਾ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ। ਕਿੱਥੇ ਮਿਲਣਗੇ?
मेरा ख्याल है ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਪਰ ਕਦੀ ਇਹ ਨਹੀਂ ਕਿਹਾ ਕਿ ਇਹ ਗੁਰੂ ਸਾਹਿਬ ਕਿੱਥੇ ਮਿਲਣਗੇ। ਗੁਰੂ ਦੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਆਪਾਂ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਬਸ ਪੜ੍ਹ ਲਿਆ, ਮੱਥਾ ਟੇਕ ਲਿਆ, ਗੁਰੂ ਨੂੰ ਮਿਲ ਲਿਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਰੋਜ਼ਾਨਾ ਇੱਕ ਗੱਲ ਕਹਿੰਦੇ ਹੈ ਕਿ ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਸੀਂ ਰੋਜ਼ਾਨਾ ਗੁਰੂ ਦੇ ਪਾਵਨ ਬੋਲ ਪੜ੍ਹੇ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਤਿਗੁਰ ਪਾਤਸ਼ਾਹ ਜੀ ਦੇ ਇਹ ਪਾਵਨ ਬੋਲ ਜਿਹੜੇ ਭਾਈ ਲਹਿਣੇ ਦੇ ਅੰਦਰ ਉਹ ਜ਼ਖਮ ਕਰਦੇ ਹੈ। ਤੇ ਇਤਿਹਾਸ ਕਰ ਇਹ ਗੱਲ ਭਾਈ ਵੀਰ ਸਿੰਘ ਤੇ ਨਾਨਕ ਚਮਤਕਾਰ ਪੜ੍ਹ ਕੇ ਦੇਖੋ, ਕਮਾਲ ਦਾ ਉਹ ਪੜ੍ਹਨ ਵਾਲਾ ਏ। ਮੇਰਾ ਖਿਆਲ ਹਰ ਗੁਰਸਿੱਖ ਨੂੰ ਭਾਈ ਵੀਰ ਸਿੰਘ ਦੀਆਂ ਲਿਖਤਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ। ਅਸੀਂ ਜਿੱਥੇ ਹੋਰ ਪੜ੍ਹਦੇ ਹਾਂ ਨਾ, ਉੱਥੇ ਭਾਈ ਵੀਰ ਸਿੰਘ ਦੇ 10 ਗੁਰੂ ਸਾਹਿਬਾਂ ਦਾ ਇਤਿਹਾਸ, ਜਿਹਦੇ ਵਿੱਚ ਪਹਿਲਾ ਉਹਨਾਂ ਦਾ ਨਾਨਕ ਚਮਤਕਾਰ ਹੈ। ਬੜੇ ਕਮਾਲ ਦੇ ਸ਼ਬਦ ਉਹਨਾਂ ਨੇ ਕਈ ਜਗ੍ਹਾ ਦੇ ਉੱਪਰ ਲਿਖੇ ਹੈ। ਕਹਿੰਦੇ ਇੱਧਰ ਭਾਈ ਲਹਿਣੇ ਦੇ ਅੰਦਰ ਵਿਛੋੜੇ ਦਾ ਤੀਰ ਹੈ, ਉਧਰ ਗੁਰੂ ਨਾਨਕ ਸਾਹਿਬ ਨੇ ਰਸਤਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਕਿ ਮੇਰਾ ਸਿੱਖ ਆਉਣਾ ਹੈ। ਇਹ ਹੈ ਅੰਦਰ ਦੀ ਖਿੱਚ। ਭਾਈ ਲਹਿਣੇ ਨੇ ਪੁੱਛਿਆ ਕਿੱਥੇ ਮਿਲਣਗੇ? ਕਹਿਣ ਲੱਗੇ ਕਰਤਾਰਪੁਰ ਦੀ ਧਰਤੀ ਦੇ ਉੱਪਰ। ਐਰਕੀ ਜਦੋਂ ਸੰਗੀਆਂ ਦੇ ਨਾਲ ਚੱਲੇ, ਕਹਿਣ ਲੱਗੇ ਆਪਾਂ ਕਰਤਾਰਪੁਰ ਥਾਣੀ ਹੋ ਕੇ ਜਾਣਾ ਹੈ, ਮੈਂ ਉੱਥੇ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਚਾਹੁੰਦਾ। ਉਹ ਕਹਿਣ ਲੱਗੇ ਠੀਕ ਹੈ, ਸੰਗੀਆਂ ਦੇ ਨਾਲ ਗਏ। ਜਦੋਂ ਕਰਤਾਰਪੁਰ ਪਹੁੰਚੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਸੇ ਨੇ ਜਾਣਾ? ਉਹ ਕਹਿਣ ਲੱਗੇ ਨਹੀਂ ਤੁਸੀਂ ਹੋ ਆਓ, ਅਸੀਂ ਤੁਰੇ ਜਾਂਦੇ ਹਾਂ ਸਹਿਜੇ ਸਹਿਜੇ। ਆਪਣਾ ਘੋੜਾ ਜਿਹੜਾ ਸੀ ਉਸ ਰਸਤੇ ਨੂੰ ਮੋੜਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਲੈਣ ਵਾਸਤੇ ਆਏ ਹੈ। ਭਾਈ ਸਾਹਿਬ ਭਾਈ ਗੁਰਦਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ, ਕੋਟ ਪੈਂਡਾ ਆਗੀ ਹੋਏ ਲੇਤ ਹੈ, ਕਿਤੇ ਅੰਦਰੋਂ ਗੁਰੂ ਦੇ ਵੱਲ ਚੱਲ ਕੇ ਵੇਖ, ਗੁਰੂ ਕਰੋੜਾਂ ਕਦਮ ਪੁੱਟ ਕੇ ਤੇਰੇ ਵੱਲ ਚੱਲ ਕੇ ਆਉਣ ਲਈ ਤਿਆਰ ਹੈ। ਗੁਰੂ ਨਾਨਕ ਸਾਹਿਬ ਪਹਿਲਾਂ ਹੀ ਉਸ ਰਸਤੇ 'ਤੇ ਆ ਕੇ ਖਲੋ ਗਏ ਹੈ। ਹੁਣ ਭਾਈ ਲਹਿਣਾ ਪੁੱਛਦੇ ਕਿਹਨੂੰ ਹੈ? ਗੁਰੂ ਨਾਨਕ ਸਾਹਿਬ ਨੂੰ। ਕਹਿਣ ਲੱਗੇ ਜੀ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਹੈ, ਕਿੱਥੇ ਕੁ ਮਿਲਣਗੇ? ਤੇ ਗੁਰੂ ਨਾਨਕ ਸਾਹਿਬ ਨੇ ਘੋੜੇ ਦੀਆਂ ਵਾਗਾਂ ਪਕੜ ਲਈਆਂ। ਕਹਿਣ ਲੱਗੇ ਆਹ ਪੁਰਖਾ ਤੈਨੂੰ ਅਸੀਂ ਗੁਰੂ ਨਾਨਕ ਸਾਹਿਬ ਨਾਲ ਮਿਲਾਉਣੇ ਆ। ਘੋੜੇ ਦੀਆਂ ਵਾਗਾਂ ਪਕੜੀਆਂ। ਸਤਿਗੁਰ ਪਾਤਸ਼ਾਹ ਜੀ ਘੋੜਾ ਧਰਮਸ਼ਾਲਾ ਦੇ ਕੋਲ ਜਾ ਕੇ ਵਾਗਾਂ ਛੱਡ ਕੇ ਕਹਿਣ ਲੱਗੇ ਪੁਰਖਾ ਘੋੜਾ ਉਹ ਸਾਹਮਣੇ ਬਿਰਸ਼ ਦੇ ਨਾਲ ਬੰਨਿਆ ਤੇ ਗੁਰੂ ਨਾਨਕ ਜਿਹੜਾ ਹੈ ਉਹ ਇਸ ਧਰਮਸ਼ਾਲਾ ਦੇ ਅੰਦਰ ਹੈ। ਭਾਈ ਲਹਿਣਾ ਜੀ ਘੋੜੇ ਤੋਂ ਉਤਰੇ, ਘੋੜੇ ਨੂੰ ਬਿਰਸ਼ ਨਾਲ ਬੰਨ੍ਹਦੇ ਹੈ। ਜਦੋਂ ਧਰਮਸ਼ਾਲਾ ਦੇ ਅੰਦਰ ਗਏ ਹੈ ਤੇ ਜਿਹੜਾ ਘੋੜੇ ਦੀਆਂ ਵਾਗਾਂ ਪਕੜ ਕੇ ਲੈ ਕੇ ਆਇਆ ਸੀ ਉਹੀ ਅੱਗੇ ਬੈਠਾ ਹੈ। ਹੁਣ ਇੱਕਦਮ ਭੁਲੇਖਾ ਕੋਲ ਬੈਠੇ ਇੱਕ ਸੰਗੀ ਨੂੰ ਪੁੱਛਿਆ ਵੀ ਗੁਰੂ ਨਾਨਕ ਇਹੀ ਹੈ ਕਿ ਇਹਨਾਂ ਵਰਗਾ ਕੋਈ ਹਮਸ਼ਕਲ ਹੋਰ ਵੀ ਹੈ? ਉਹ ਕਹਿਣ ਲੱਗਾ ਨਹੀਂ ਇਹੀ ਹੈ। ਭਾਈ ਲਹਿਣਾ ਜੀ ਖੜੇ ਹੋ ਕੇ ਗਲ ਵਿੱਚ ਪੱਲਾ ਪਾ ਕੇ ਧਾਹਾਂ ਨਿਕਲ ਗਈਆਂ, ਨੇਤਰਾਂ 'ਚੋਂ ਜਲ ਛਲਕਿਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਰੋਂਦਾ ਕਿਉਂ ਹੈ? ਕਹਿਣ ਲੱਗਾ ਜੀ ਬਹੁਤ ਵੱਡੀ ਭੁੱਲ ਹੋ ਗਈ ਹੈ। ਜਿਸ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਆਇਆ ਸੀ ਉਹ ਘੋੜੇ ਦੀਆਂ ਵਾਗਾਂ ਪਕੜ ਕੇ ਤੁਰ ਕੇ ਆਇਆ ਹੈ, ਮੈਂ ਘੋੜੇ 'ਤੇ ਸਵਾਰ ਹੋ ਕੇ ਆਇਆ, ਬਹੁਤ ਵੱਡੀ ਭੁੱਲ ਹੋ ਗਈ ਹੈ। ਤੇ ਮਹਾਰਾਜ ਕਹਿੰਦੇ ਭਲਿਆ ਤੇਰਾ ਨਾਂ ਕੀ ਹੈ? ਕਹਿਣ ਲੱਗਾ ਜੀ ਮੇਰਾ ਨਾਂ ਲਹਿਣਾ। ਭਾਈ ਵੀਰ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਹੱਥ 'ਤੇ ਹੱਥ ਮਾਰ ਕੇ ਹੱਸ ਪਏ, ਤਾੜੀ ਮਾਰ ਕੇ ਨਾ। ਮਹਾਰਾਜ ਹੱਸ ਕੇ ਕਹਿੰਦੇ ਲੈ ਫਿਰ ਰੋਂਦਾ ਕਿਉਂ ਹੈ? ਤੂੰ ਲੈਣਾ ਏ ਤੇ ਅਸੀਂ ਦੇਣਾ। ਲਹਿਣੇਦਾਰ ਘੋੜਿਆਂ 'ਤੇ ਚੜ੍ਹ ਕੇ ਆਉਂਦੇ, ਜਿਨ੍ਹਾਂ ਨੇ ਦੇਣਾ ਹੁੰਦਾ ਉਹ ਨਾਲ ਤੁਰ ਕੇ ਜਾਂਦੇ ਹੈ। ਮਹਾਰਾਜ ਕਹਿੰਦੇ ਲਹਿਣਿਆ ਇੱਕ ਗੱਲ ਦਾ ਚੇਤਾ ਰੱਖੀ, ਜਿਵੇਂ ਤੂੰ ਆਪਣੇ ਘੋੜੇ ਦੀਆਂ ਵਾਗਾਂ ਮੈਨੂੰ ਪਕੜਾਈਆਂ ਸੀ ਤੇ ਤੈਨੂੰ ਧਰਮਸ਼ਾਲਾ ਤੱਕ ਪਹੁੰਚਾ ਦਿੱਤਾ ਏ, ਇਸੇ ਤਰ੍ਹਾਂ ਆਪਣੇ ਮਨ ਦੀਆਂ ਵਾਗਾਂ ਪਕੜਾ ਦੇਵੀਂ, ਤੈਨੂੰ ਰੱਬ ਤੱਕ ਪਹੁੰਚਾ ਦੇਵਾਂਗੇ। ਬਸ ਆਹ ਸਮਝਣ ਵਾਲੀ ਨੁਕਤਾ ਏ। ਗੁਰੂ ਨਾਨਕ ਸਾਹਿਬ ਨੂੰ ਅਸੀਂ ਕਦੇ ਮਨ ਦੀਆਂ ਵਾਗਾਂ ਨਹੀਂ ਪਕੜਾਉਂਦੇ। ਮਨ ਸਾਡਾ ਉਡਾਰੀਆਂ ਮਾਰਦਾ ਹੈ, ਮਨ ਸਾਡਾ ਭਟਕਣਾ ਦੇ ਵਿੱਚ ਹੈ, ਮਨ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਦੇ ਨਾਲ, ਮਾੜੀ ਸੋਚ ਦੇ ਨਾਲ ਭਰਿਆ ਪਿਆ ਹੈ। ਪਰ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਨੇ ਉੱਥੇ ਪੇਸ਼ ਹੁੰਦਿਆਂ ਇਹ ਗੱਲ ਕਹੀ ਸੀ, ਲਹਿਣਿਆ ਘੋੜੇ ਦੀਆਂ ਵਾਗਾਂ ਪਕੜਾਈਆਂ ਸੀ ਤੇ ਧਰਮਸ਼ਾਲਾ ਤੱਕ ਆ ਗਏ, ਮਨ ਦੀਆਂ ਵਾਗਾਂ ਪਕੜਾਵੇਂਗਾ ਰੱਬ ਤੱਕ ਪਹੁੰਚ ਜਾਵੇਂਗਾ। ਬਸ ਭਾਈ ਲਹਿਣੇ ਨੇ ਆਪਣੇ ਮਨ ਦੀਆਂ ਵਾਗਾਂ ਗੁਰੂ ਨਾਨਕ ਸਾਹਿਬ ਨੂੰ ਪਕੜਾਈਆਂ। ਇਤਿਹਾਸਕਾਰ ਲਿਖਦੇ ਕੁਝ ਦਿਨ ਰਹਿ ਕੇ ਮਹਾਰਾਜ ਕਹਿੰਦੇ ਇੱਕ ਵਾਰੀ ਆਪਣੇ ਪਰਿਵਾਰ ਨੂੰ ਮਿਲਿਆ ਉੱਤੇ ਫਿਰ ਦੁਬਾਰਾ ਆ ਜਾਣਾ। ਭਾਵ ਕਹਿਣ ਦਾ ਸੀ ਕਿ ਇੱਕ ਵਾਰੀ ਪਰਿਵਾਰ ਨੂੰ ਜ਼ਿੰਮੇਵਾਰੀ ਸੌਂਪਿਆ।
ਭਾਈ ਲਹਿਣਾ ਜੀ ਵਾਪਸ ਖਡੂਰ ਦੀ ਧਰਤੀ ਤੇ ਆਉਂਦੇ ਹੈ। ਆਪਣੇ ਮਹਿਲ ਮਾਤਾ ਖੀਵੀ ਜੀ, ਉਹਨਾਂ ਨੂੰ ਬੱਚਿਆਂ ਦੀ ਜ਼ਿੰਮੇਵਾਰੀ, ਪਰਿਵਾਰ ਦੀ ਜ਼ਿੰਮੇਵਾਰੀ, ਜੋ ਦੁਕਾਨਦਾਰੀ ਕਰਦੇ ਸੀ ਉਹਦੀ ਜ਼ਿੰਮੇਵਾਰੀ, ਤੇ ਨਾਲ ਆਪਣੀ ਭੂਆ ਫਿਰਾਈ ਜੀ ਨੂੰ ਜਿਹੜਾ ਸੀ ਇਹ ਕਹਿ ਦਿੱਤਾ ਕਿ ਇਸ ਪਰਿਵਾਰ ਦੀ ਜ਼ਿੰਮੇਵਾਰੀ ਤੁਸੀਂ ਸੰਭਾਲਣੀ ਹੈ। 1532 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਮਿਲਾਪ ਹੁੰਦਾ ਹੈ ਭਾਈ ਲਹਿਣੇ ਦਾ, ਤੇ 1539 ਦੇ ਵਿੱਚ ਗੁਰਤਾ ਗੱਦੀ ਦੇ ਵਾਰਸ ਬਣਦੀ ਹੈ, ਭਾਵ 7 ਸਾਲ ਦਾ ਸਮਾਂ ਬਣਦਾ ਹੈ। ਇਹ 7 ਸਾਲ ਦਾ ਸਮਾਂ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਕਰਤਾਰਪੁਰ ਦੀ ਧਰਤੀ ਤੇ ਭਾਈ ਲਹਿਣੇ ਨੇ ਲਾਇਆ। ਜਦੋਂ ਇੱਥੋਂ ਦੁਬਾਰਾ ਜਾਂਦੇ ਆ ਤੇ ਇਤਿਹਾਸਕਾਰ ਲਿਖਦੇ ਆ ਕਿ ਇੱਕ ਚਟਾਈ, ਇੱਕ ਲੂਣ ਦਾ ਡਲਾ, ਇਹ ਲੈ ਕੇ ਭਾਈ ਲਹਿਣਾ ਜੀ ਜਿਹੜੇ ਸੀ ਇਹ ਕਰਤਾਰਪੁਰ ਦੀ ਧਰਤੀ ਤੇ ਜਾਂਦੇ ਆ। ਚਿੱਟੇ ਕੱਪੜੇ ਪਾਏ ਸੀ ਕਿਉਂਕਿ ਦੁਕਾਨਦਾਰ ਸਨ, ਕਾਰੋਬਾਰ ਚੰਗਾ ਸੀ। ਜਦੋਂ ਘਰ ਪਹੁੰਚਦੇ ਆ ਤੇ ਜਾ ਕੇ ਮਾਤਾ ਸੁਲੱਖਣੀ ਜੀ ਨੂੰ ਪੁੱਛਦੇ ਆ ਕਿ ਮੇਰੇ ਗੁਰੂ ਸਾਹਿਬ ਕਿੱਥੇ ਆ। ਉਹ ਕਹਿਣ ਲੱਗੇ ਖੇਤਾਂ ਦੇ ਵਿੱਚ ਕੰਮ ਕਰਦੇ ਆ। ਉਹ ਚਟਾਈ ਧਰਮਸ਼ਾਲਾ ਵਿੱਚ ਰੱਖੀ, ਲੂਣ ਲੰਗਰ ਵਿੱਚ ਰੱਖਿਆ, ਆਪ ਖੇਤਾਂ ਦੇ ਵਿੱਚ ਚਲੇ ਗਏ। ਹੁਣ ਚਿੱਟੇ ਕੱਪੜੇ ਸੀ, ਕਈ ਵਾਰੀ ਸੋਹਣੇ ਕੱਪੜੇ ਪਾਏ ਹੋਣ ਤੇ ਬੰਦਾ ਮੱਥਾ ਟੇਕਣ ਤੋਂ ਵੀ ਡਰਦਾ ਹੈ ਵੀ ਰਿਸ਼ਤੇਦਾਰਾਂ ਦੇ ਜਾਣਾ ਕਿਤੇ ਘੱਟਾ ਮਿੱਟੀ ਨਾ ਲੱਗ ਜਾਵੇ, ਦਸਤਾਰ ਥੱਲੇ ਨਾ ਲੱਗ ਜਾਵੇ, ਕਿਤੇ ਨੁੱਕਰ ਨਾ ਖਰਾਬ ਹੋ ਜਾਵੇ। ਭਾਈ ਲਹਿਣੇ ਨੇ ਜਾ ਕੇ ਦੇਖਿਆ ਗੁਰੂ ਨਾਨਕ ਸਾਹਿਬ ਖੇਤਾਂ ਦੇ ਵਿੱਚ ਨਦੀਨ ਪਏ ਕੱਢਦੇ ਝੋਨੇ ਦੇ ਵਿੱਚੋਂ। ਇਹ ਨਹੀਂ ਕਿਹਾ ਵੀ ਮਹਾਰਾਜ ਮੈਂ ਵੀ ਆਵਾਂ, ਜਾ ਕੇ ਬਸ ਅਸੀਂ ਤੇ ਵੇਖਦੇ ਹਾਂ ਨਾ, ਕੋਈ ਕਵੇ ਵੀ ਸੇਵਾ ਕਰ ਲੈ ਤੇ ਫੇਰ ਕਰਦੇ ਹਾਂ। ਪਰ ਜਾ ਕੇ ਜੋੜਾ ਉਤਾਰਿਆ ਤੇ ਝੋਨੇ ਦੇ ਵਿੱਚ ਵੜ ਗਏ। ਹੁਣ ਕੰਮ ਕਦੇ ਕੀਤਾ ਨਹੀਂ ਸੀ। ਭਾਈ ਵੀਰ ਸਿੰਘ ਕਹਿੰਦੇ ਆ ਕਿ ਨਦੀਨ ਦੀ ਜਗ੍ਹਾ ਤੇ ਝੋਨਾ ਪੁੱਟਣਾ ਸ਼ੁਰੂ ਕਰ ਦਿੱਤਾ, ਕਿਉਂਕਿ ਪਤਾ ਨਹੀਂ ਸੀ। ਜਿਹਨੂੰ ਨਹੀਂ ਪਤਾ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਨਦੀਨ ਹੈ ਤੇ ਕਿਹੜਾ ਝੋਨੇ ਦਾ ਬੂਟਾ ਹੈ। ਗੁਰੂ ਨਾਨਕ ਸਾਹਿਬ ਹੱਸ ਕੇ ਕਹਿਣ ਲੱਗੇ ਲੈਣਿਆ ਤੈਨੂੰ ਬੂਟੇ ਲਗਾਉਣ ਵਾਸਤੇ ਕਿਹਾ, ਬੂਟੇ ਪੁੱਟਣ ਵਾਸਤੇ ਨਹੀਂ। ਸਤਿਗੁਰ ਪਾਤਸ਼ਾਹ ਕਹਿਣ ਲੱਗੇ ਆ ਤੈਨੂੰ ਪੰਡ ਚਕਾਵਾਂ। ਹਜੂਰ ਨੇ ਜਿਹੜੀ ਸੀ ਉਹ ਘਾਹ ਪੁੱਟਿਆ ਹੋਇਆ ਸੀ, ਉਹ ਪੰਡ ਜਿਹੜੀ ਸੀ, ਕਿਉਂਕਿ ਇੱਥੇ ਪੰਡ ਚੁੱਕਣ ਦਾ ਮਤਲਬ ਸੀ ਕਿ ਕਿੰਨਾ ਕੁ ਭਾਰ ਚੁੱਕ ਸਕਦਾ। ਜਿਹੜੀ ਪੰਡ ਭਾਈ ਲਹਿਣੇ ਦੇ ਸਿਰ ਤੇ ਰੱਖਣੀ ਹੈ ਇਹ ਚੁੱਕ ਵੀ ਲਵੇਗਾ। ਚਿੱਟੇ ਕੱਪੜੇ ਜਿਹੜੇ ਸੀ ਸਾਰੇ ਗਾਰੇ ਨਾਲ ਭੜ ਗਏ, ਪਾਣੀ ਨੁੱਚੜਦਾ ਪਿਆ, ਸਿਰ ਦੇ ਉੱਪਰ ਉਹ ਘਾਹ ਦੀ ਪੰਡ ਰੱਖੀ ਹੈ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਨਾਲ ਜਦੋਂ ਘਰੇ ਆਏ ਆ ਕੇ ਪੰਡ ਸੁੱਟੀ ਨਾ, ਤੇ ਮਾਤਾ ਸੁਲੱਖਣੀ ਕਹਿਣ ਲੱਗੇ ਮਹਾਰਾਜ ਆ ਕੀ ਕੀਤਾ ਹੈ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਪਰਮੇਸ਼ਰ ਕੀ ਕਿਆ ਕਰਦਾ ਸੀ ਕਿ ਕਿਆ ਕਰਦੇ ਸੀ ਸੁਲੱਖਣੀ ਨੂੰ ਆਪਣੇ ਮਹਿਲ ਦਾ। ਜਦੋਂ ਵੀ ਸਤਿਗੁਰ ਪਾਤਸ਼ਾਹ ਉਹਨਾਂ ਨੂੰ ਬੋਲਿਆ ਕਰਦੇ ਸੀ ਤੇ ਪਰਮੇਸ਼ਰ ਕੀ ਸੁਲੱਖਣੀ ਹੈ ਕਿਆ ਕਰਦੇ ਸੀ। ਮਹਾਰਾਜ ਕਹਿੰਦੇ ਪਰਮੇਸ਼ਰ ਕੀ ਸੁਲੱਖਣੀ ਹੈ, ਕੀ ਗੱਲ ਹੋ ਗਈ। ਕਹਿਣ ਲੱਗੇ ਵੇਖੋ ਕਿੰਨੇ ਸੋਹਣੇ ਉਹਨੇ ਕੱਪੜੇ ਪਾਏ ਸੀ, ਕੀਮਤੀ ਉਹਦੇ ਬਸਤਰ ਤੁਸੀਂ ਖਰਾਬ ਕਰ ਦਿੱਤੇ। ਚਿੱਕੜ ਦੀ ਪੰਡ ਉਹਦੇ ਸਿਰ ਤੇ ਚੁਕਾ ਕੇ ਸਾਰੇ ਬਸਤਰ ਉਹਦੇ ਚਿੱਕੜ ਦੇ ਨਾਲ ਭਰ ਦਿੱਤੇ ਹੈ। ਹਜੂਰ ਹੱਸ ਕੇ ਕਹਿਣ ਲੱਗੇ ਪਰਮੇਸ਼ਰ ਕੀ ਹੈ ਸੁਲੱਖਣੀ ਹੈ, ਅਸਲ ਵਿੱਚ ਜਿਹੜੀ ਤੈਨੂੰ ਪੰਡ ਚਿੱਕੜ ਦੀ ਲੱਗਦੀ ਹੈ ਇਹ ਦੀਨ ਦੁਨੀਆ ਦਾ ਛਤਰ ਹੈ। ਜਿਹੜੇ ਚਿੱਕੜ ਦੇ ਤੈਨੂੰ ਇਹਦੇ ਸਰੀਰ ਦੇ ਉੱਪਰ ਕੱਪੜਿਆਂ ਦੇ ਉੱਪਰ ਛੱਟੇ ਪਏ ਲੱਗਦੇ ਹੈ ਇਹ ਕੇਸਰ ਦੇ ਛਿੱਟੇ ਹੈ। ਕਹਿਣ ਲੱਗੇ ਅਸੀਂ ਪੰਡ ਚੁਕਾ ਕੇ ਦੇਖੀਏ ਭਾਈ ਲਹਿਣਾ ਪੰਡ ਚੁੱਕ ਸਕਦਾ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਰਹਿ ਕੇ ਹਰ ਕੰਮ ਦੇ ਵਿੱਚ ਖਰੇ ਉਤਰੇ। ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਨੇ ਜੇ ਮਰੀ ਹੋਈ ਚੂਹੀ ਨੂੰ ਚੁੱਕਣ ਵਾਸਤੇ ਕਿਹਾ ਤੇ ਬੱਚਿਆਂ ਨੇ ਜਵਾਬ ਦੇ ਦਿੱਤਾ, ਉਸੇ ਵੇਲੇ ਚੁੱਕ ਕੇ ਬਾਹਰ ਸੁੱਟ ਆਏ। ਜੇ ਚਿੱਕੜ ਵਿੱਚੋਂ ਲੋਟਾ ਕੱਢਣ ਦੀ ਗੱਲ ਆਈ ਚੁੱਕ ਕੇ ਬਾਹਰ ਸੁੱਟ ਆਏ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਇੱਕ ਵਾਰੀ ਬਾਰਿਸ਼ ਹੋ ਰਹੀ ਸੀ, ਗੜੇ ਪੈ ਰਹੇ ਸੀ, ਤੇ ਗੁਰੂ ਨਾਨਕ ਸਾਹਿਬ ਜਦੋਂ ਰਾਵੀ ਤੇ ਇਸ਼ਨਾਨ ਕਰਨ ਵਾਸਤੇ ਗਏ, ਭਾਈ ਲਹਿਣਾ ਜੀ ਨਾਲ ਗਏ, ਉਹਨਾਂ ਦੇ ਬਸਤਰ ਨਾਲ ਕੁਝ ਸੇਵਾਦਾਰ ਵੀ ਭਾਈ ਭਗੀਰਥ ਵਰਗੇ ਕੁਝ ਹੋਰ। ਤੇ ਜਦੋਂ ਮਹਾਰਾਜ ਸਾਹਿਬ ਉੱਥੇ ਜਾਂਦੇ ਆ ਤੇ ਭਾਈ ਲਹਿਣੇ ਨੂੰ ਆਪਣੇ ਬਸਤਰ ਦਿੰਦੇ ਆ ਤੇ ਨਾਲ ਦੇ ਜਿਹੜੇ ਸਿੱਖ ਸੀ ਠੰਡ ਜ਼ਿਆਦੀ ਸੀ ਤੇ ਸਾਰੇ ਉੱਥੋਂ ਦੌੜ ਗਏ, ਵਾਪਸ ਆ ਗਏ। ਭਾਈ ਲਹਿਣਾ ਜਿਹੜੇ ਸੀ ਉਹਨਾਂ ਬਸਤਰਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਲੱਕ ਪਰਨੇ ਹੋ ਕੇ ਬੈਠੇ ਰਹੇ ਵੀ ਕਿਤੇ ਬਸਤਰ ਗਿੱਲੇ ਨਾ ਹੋ ਜਾਣ, ਗੁਰੂ ਨਾਨਕ ਸਾਹਿਬ ਨੇ ਪਾਉਣੇ ਆ। ਕਹਿੰਦੇ ਉੱਪਰੋਂ ਗੜੇ ਪੈ ਰਹੇ ਆ, ਠੱਕਾ ਚੱਲ ਰਿਹਾ ਏ, ਦੰਦੋ ਡਿੱਕੇ ਵੱਜ ਰਹੇ ਨੇ। ਗੁਰੂ ਨਾਨਕ ਸਾਹਿਬ ਜਦੋਂ ਕਾਫੀ ਸਮੇਂ ਬਾਅਦ ਰਾਵੀ ਦੇ ਵਿੱਚੋਂ ਬਾਹਰ ਨਿਕਲੇ ਤੇ ਕਹਿਣ ਲੱਗੇ ਲੈਣਿਆ ਜੇ ਤੈਨੂੰ ਕੁਝ ਹੋ ਜਾਂਦਾ ਤੇ ਤੂੰ ਗਿਆ ਕਿਉਂ ਨਹੀਂ। ਕਹਿਣ ਲੱਗੇ ਬਸ ਇਸੇ ਕਰਕੇ ਨਹੀਂ ਗਿਆ ਕਿਉਂਕਿ ਜੇ ਮੈਂ ਚਲੇ ਜਾਂਦਾ ਤੇ ਕੁਝ ਹੋ ਜਾਣਾ ਸੀ। ਕਹਿਣ ਲੱਗੇ ਲੈਣਿਆ ਇੱਥੇ ਠੰਡ ਬੜੀ, ਤੈਨੂੰ ਤਾਂ ਕਰਕੇ ਕਿਹਾ ਸੀ, ਤੈਨੂੰ ਇੱਥੇ ਠੰਡ ਨਾਲ ਕੁਝ ਹੋ ਜਾਂਦਾ। ਭਾਈ ਲਹਿਣਾ ਕਹਿੰਦਾ ਠੰਡ ਬਰਦਾਸ਼ਤ ਕਰ ਸਕਦਾ ਸੀ, ਗੁਰੂ ਨਾਨਕ ਸਾਹਿਬ ਤੇਰੇ ਦਰਸ਼ਨ ਕਰਦਾ ਹੈ ਤੇ ਜ਼ਿੰਦਗੀ ਹੈ, ਜੇ ਤੇਰੇ ਦਰਸ਼ਨ ਨਹੀਂ ਤੇ ਮੇਰੀ ਮੌਤ ਹੈ। ਇਸ ਕਰਕੇ ਮੈਂ ਨਹੀਂ ਗਿਆ। ਸਮਾਂ ਉਹ ਆਇਆ
जिस दिन गुरु नानक साहिब ने धानक रूप बनाया। धानक रूप बना के जदों सतगुर पातशाह जी एक जंगल वाल नूं जांदे, नाल सिख सेवक महाराज किसी नूं डंडे मारदे, किसी नूं धक्के मारदे है, ते सारे वापस आ गए। भाई लहणा जी नाल रह गए। सतगुर पातशाह कहन लगे, लहणिया तू क्यों नहीं गया, तू भी अपने घर चले जा। भाई लहणा हाथ जोड़ के कहन लगे, महाराज अपने घर ही तो जा रहे हैं, ਜਿਹੜੇ ਘਰਾਂ ਵਾਲੇ ਸੀ ਉਹ ਘਰਾਂ ਨੂੰ ਵਾਪਸ ਚਲੇ ਗਏ, ਮੈਂ ਵੀ ਆਪਣੇ ਘਰ ਨੂੰ ਜਾ ਰਿਹਾ ਸੀ। ਗੁਰੂ ਨਾਨਕ ਸਾਹਿਬ ਕਹਿੰਦੇ, ਚੌਂ ਦਿਸ਼ਾਵਾਂ ਦੇ ਵਿੱਚ ਕਿਹੜੀ ਦਿਸ਼ਾ ਦੇ ਵਿੱਚ ਤੇਰਾ ਘਰ ਹੈ, ਮੈਂ ਉਹ ਦਿਸ਼ਾ ਛੱਡ ਦੇਣਾ, ਤੂੰ ਆਪਣੇ ਘਰ ਚਲੇ ਜਾ। ਹੱਥ ਜੋੜ ਕੇ ਕਿਹਾ, ਗੁਰੂ ਨਾਨਕ ਸਾਹਿਬ ਮੇਰਾ ਘਰ ਤੇਰੇ ਚਰਨਾਂ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜੇ ਲੈਣਿਆ ਤੇਰਾ ਘਰ ਮੇਰੇ ਚਰਨਾਂ ਵਿੱਚ ਹੈ, ਮੇਰਾ ਘਰ ਤੇਰੇ ਹਿਰਦੇ ਦੇ ਵਿੱਚ ਹੈ। ਸੀਨੇ ਨਾਲ ਲਾਇਆ, ਕਹਿਣ ਲੱਗੇ, ਅੱਜ ਤੋਂ ਮੈਂ ਤੈਨੂੰ ਆਪਣੇ ਅੰਗਾਂ ਨਾਲ ਲਾ ਕੇ ਲੈਣੇ ਤੋਂ ਅੰਗਦ ਬਣਾ ਦਿੱਤਾ ਹੈ। ਗੁਰੂ ਅੰਗਦ ਸਾਹਿਬ ਬਣਾ ਕੇ ਕਰਤਾਰਪੁਰ ਦੀ ਧਰਤੀ ਤੇ ਗੁਰਤਾ ਗੱਦੀ ਤੇ ਸਭਾਏਮਾਨ ਕਰਕੇ ਨਵੇਂ ਵਸਤਰ ਪਾ ਕੇ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ। ਪਹਿਲਾ ਮੱਥਾ ਗੁਰੂ ਨਾਨਕ ਸਾਹਿਬ ਨੇ ਟੇਕਿਆ, ਦੂਸਰਾ ਮੱਥਾ ਬਾਬੇ ਬੁੱਢੇ ਨੇ ਟੇਕਿਆ। ਤੇ ਮਾਤਾ ਸੁਲੱਖਣੀ ਨੂੰ ਜਦੋਂ ਪਤਾ ਲੱਗਾ ਨਾ, ਉਹ ਦੌੜ ਕੇ ਆਏ, ਕਹਿਣ ਲੱਗੇ, ਜੀ ਪੁੱਤਰ ਖਾਲੀ ਰਹਿ ਗਏ ਹੈ, ਪੁੱਤਰਾਂ ਨੂੰ ਵੀ ਕੁਝ ਦੇ ਦੇਣਾ ਸੀ। ਇਹ ਗੁਰਤਾ ਗੱਦੀ ਪੁੱਤਰਾਂ ਦਾ ਹੱਕਦਾਰ ਸੀ। ਮਹਾਰਾਜ ਕਹਿੰਦੇ, ਅਸੀਂ ਤੇ ਚਾਹੁੰਦੇ ਸੀ ਪਰ ਪੁੱਤਰ ਸੰਭਾਲ ਨਹੀਂ ਸਕੇ, ਪੁੱਤਰਾਂ ਦੇ ਕੋਲ ਅਵਸਥਾ ਨਹੀਂ। ਕਹਿਣ ਲੱਗੇ, ਮੇਰੇ ਸਾਹਮਣੇ ਪ੍ਰੀਖਿਆ ਕਰਕੇ ਦੇਖੋ। ਮਹਾਰਾਜ ਨੇ ਇੱਕ ਪੈਸਾ ਹੱਥ ਦੇ ਵਿੱਚ ਰੱਖਿਆ, ਬਾਬੇ ਸ੍ਰੀ ਚੰਦ ਦੇ ਸਾਹਮਣੇ, ਕਹਿਣ ਲੱਗੇ, ਸਾਡੀ ਮੁੱਠ ਦੇ ਵਿੱਚ ਕੀ ਹੈ। ਤੇ ਬਾਬਾ ਸ੍ਰੀ ਚੰਦ ਹੱਸ ਕੇ ਕਹਿਣ ਲੱਗੇ, ਮਹਾਰਾਜ ਇੱਕ ਪੈਸਾ ਹੀ ਹੈ, ਇੱਕ ਪੈਸਾ ਸਾਡੇ ਸਾਹਮਣੇ ਮੁੱਠ ਦੇ ਵਿੱਚ ਰੱਖਿਆ। ਬਾਬੇ ਲਖਮੀ ਦਾਸ ਨੂੰ ਪੁੱਛਿਆ, ਜਦੋਂ ਉਹਨਾਂ ਵੀ ਕਿਹਾ ਇੱਕ ਪੈਸਾ ਮਹਾਰਾਜ ਤੁਹਾਡੇ ਮੁੱਠ ਦੇ ਵਿੱਚ। ਤੇ ਭਾਈ ਲਹਿਣੇ ਨੂੰ ਪੁੱਛਦੇ, ਲਹਿਣਿਆ ਸਾਡੀ ਮੁੱਠੀ ਦੇ ਵਿੱਚ ਕੀ ਹੈ। ਗਲ ਵਿੱਚ ਪੱਲਾ ਪਾ ਕੇ ਨੇਤਰ ਛਲਕ ਕੇ ਕਹਿਣ ਲੱਗੇ, ਮਹਾਰਾਜ ਤੁਹਾਡੀ ਮੁੱਠੀ ਦੇ ਵਿੱਚ ਦੀਨ ਦੁਨੀਆ ਦੀ ਤਾਕਤ ਹੈ, ਸਾਰਾ ਜਗਤ ਤੁਹਾਡੀ ਮੁੱਠ ਦੇ ਵਿੱਚ ਹੈ। ਤੁਸੀਂ ਮੁੱਠ ਬੰਦ ਕਰ ਦਿਓ ਤੇ ਸਾਰਾ ਜਗਤ ਖਤਮ ਹੋ ਜਾਵੇਗਾ, ਤੁਸੀਂ ਮੁੱਠ ਖੋਲ੍ਹ ਦਿਓ ਤੇ ਰਹਿਮਤਾਂ ਵਰਤਦੀਆਂ। ਤੁਹਾਡੀ ਮੁੱਠੀ ਦੇ ਵਿੱਚ ਉਹ ਕੁਝ ਹੈ, ਇੱਕ ਪਾਪੀ ਤੇ ਵੀ ਕਿਰਪਾ ਕਰ ਦਿਓ ਤੇ ਉਹ ਤੁਹਾਡਾ ਰੂਪ ਹੋ ਜਾਂਦਾ ਹੈ। ਮਹਾਰਾਜ ਇਹ ਤੁਹਾਡੀ ਮੁੱਠੀ ਦੇ ਵਿੱਚ ਦੀਨ ਦੁਨੀਆ ਦੀ ਤਾਕਤ ਸਾਰੀ ਹੈ। ਮਾਤਾ ਸੁਲੱਖਣੀ ਨੇ ਹੱਥ ਜੋੜ ਕੇ ਨਮਸਕਾਰ ਕਰਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਸੱਚ ਇਹਨਾਂ ਨੇ ਤੁਹਾਨੂੰ ਪਛਾਣ ਲਿਆ। ਅਸੀਂ ਤੇ ਉਹ ਕਿੱਕਰ ਤੋਂ ਮਠਿਆਈਆਂ ਵਾਲੀ ਗੱਲ ਤੋਂ ਰੌਲਾ ਪਾ ਕੇ ਬਹਿ ਜਾਂਦੇ ਵੀ ਉਹ ਜੀ ਮਠਿਆਈਆਂ ਨਹੀਂ ਝੜੀਆਂ, ਆਹ ਨਹੀਂ ਹੋਇਆ। ਭਾਈ ਵੀਰ ਸਿੰਘ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾ, ਉਹ ਕਹਿੰਦੇ ਜਦੋਂ ਉਹ ਗੁਰਦੁਆਰਾ ਸਾਹਿਬ ਵੀ ਬਣਿਆ ਉੱਥੇ ਜਿੱਥੇ ਇਹ ਮਠਿਆਈਆਂ ਝਾੜੀਆਂ ਕਿੱਕਰ ਤੋਂ, ਉਸ ਜਾਤ ਦੇ ਅੰਦਰ ਗੁਰਦੁਆਰਾ ਸਾਹਿਬ ਵੀ ਬਣਿਆ, ਮੌਜੂਦ ਹੈ, ਬਕਾਇਦਾ ਇਤਿਹਾਸ ਵੀ ਲਿਖਿਆ ਹੈ। ਪਰ ਫਿਰ ਵੀ ਜਿਹੜੇ ਮੇਰੇ ਵਰਗੇ ਹੈ ਉਹ ਕਹਿ ਦਿੰਦੇ ਜੀ ਨਹੀਂ ਇੱਦਾਂ ਨਹੀਂ ਹੋ ਸਕਦਾ। ਪਰ ਭਾਈ ਵੀਰ ਸਿੰਘ ਕਹਿੰਦੇ, ਜਦੋਂ ਭਾਈ ਲਹਿਣਾ ਜੀ ਕਿੱਕਰ ਵੱਲ ਨੂੰ ਗਏ ਨਾ, ਜਦੋਂ ਉਹਨਾਂ ਨੂੰ ਕਿਹਾ ਮਠਿਆਈਆਂ ਝਾੜੋ, ਤੇ ਬਾਬੇ ਸ੍ਰੀ ਚੰਦ ਨੇ ਕਿਹਾ ਵੀ ਸਾਡੇ ਪਿਓ ਦੀ ਤੇ ਉਮਰ ਵੱਡੀ ਹੋ ਗਈ, ਇਹਦਾ ਦਿਮਾਗ ਨਹੀਂ ਕੰਮ ਕਰਦਾ, ਤੇਰਾ ਤੇ ਦਿਮਾਗ ਕੰਮ ਕਰਦਾ, ਕਦੀ ਕਿੱਕਰ ਤੋਂ ਵੀ ਮਠਿਆਈਆਂ ਝੜੀਆਂ। ਭਾਈ ਲਹਿਣੇ ਨੇ ਕਿਹਾ, ਮੇਰਾ ਕੰਮ ਮਠਿਆਈਆਂ ਝਾੜਨਾ ਨਹੀਂ, ਮੇਰਾ ਫਰਜ਼ ਹੈ ਹੁਕਮ ਮੰਨਣਾ, ਮੈਂ ਕੇਵਲ ਕਿੱਕਰ ਤੇ ਜਾ ਕੇ ਹਿਲਾਉਣੀ ਹੈ, ਮਠਿਆਈਆਂ ਝਾੜਨੀਆਂ ਨਾ ਝਾੜਨੀਆਂ ਇਹ ਗੁਰੂ ਨਾਨਕ ਸਾਹਿਬ ਦਾ ਕੰਮ ਹੈ। ਇਹ ਸੀ ਹੁਕਮ ਮੰਨਣਾ। ਜਦੋਂ ਗੁਰਤਾ ਗੱਦੀ 1539 ਵਿੱਚ ਮਿਲਦੀ ਹੈ, ਮਹਾਰਾਜ ਨੇ ਆਪਣੇ ਜੀਂਦਿਆਂ ਕਹਿ ਦਿੱਤੇ, ਤੁਸੀਂ ਹੁਣ ਖਡੂਰ ਦੀ ਧਰਤੀ ਤੇ ਚਲੇ ਜਾਓ। ਵਾਪਸ ਖਡੂਰ ਸਾਹਿਬ ਦੀ ਧਰਤੀ ਤੇ ਆਏ। ਇੱਥੇ ਆ ਕੇ ਮਾਤਾ ਵਿਰਾਈ ਆਪਣੀ ਭੂਆ ਦੇ ਘਰ ਦੇ ਅੰਦਰ ਜਿਹੜਾ ਸੀ, ਇਹਨਾਂ ਨੇ ਆ ਕੇ ਆਸਣ ਲਗਾ ਲਿਆ। ਭਾਵੇਂ ਆਪਾਂ ਇਹ ਵੀ ਇਤਿਹਾਸ ਪੜ੍ਹਦੇ ਜਿੱਥੇ ਦੁੱਖ ਭੰਜਣੀ ਬੇਰੀ ਹੈ ਸਥਾਨ, ਜਦੋਂ ਇਹ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਆਏ ਸੀ ਨਾ ਗੁਰੂ ਅੰਗਦ ਸਾਹਿਬ ਬਣ ਕੇ, ਉਹਨਾਂ ਕਿਹਾ ਸੀ ਮਹਾਰਾਜ ਆਪ ਜੀਆਂ ਦੇ ਦਰਸ਼ਨ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਦੋਂ ਦਰਸ਼ਨ ਕਰਨੇ ਹੋਣ ਤੁਸੀਂ ਉੱਧਰੋਂ ਚੱਲ ਪਿਆ ਕਰਿਓ, ਅਸੀਂ ਕਰਤਾਰਪੁਰੋਂ ਚੱਲ ਪਿਆ ਕਰਾਂਗੇ। ਇਸੇ ਤਰ੍ਹਾਂ ਭਾਈ ਲਹਿਣਾ ਖਡੂਰ ਸਾਹਿਬੋਂ ਚੱਲ ਪੈਂਦੇ ਤੇ ਗੁਰੂ ਨਾਨਕ ਸਾਹਿਬ ਕਰਤਾਰਪੁਰੋਂ, ਜਿੱਥੇ ਦੁੱਖ ਭੰਜਣੀ ਬੇਰੀ ਹੈ, ਇਸ ਜਗ੍ਹਾ ਤੇ ਇਹਨਾਂ ਦਾ ਨਿਵਾਸ ਜਿਹੜਾ ਸੀ ਮਿਲਾਪ ਹੁੰਦਾ ਸੀ, ਲੰਬਾ ਸਮਾਂ ਵਿਚਾਰਾਂ ਹੁੰਦੀਆਂ ਗੁਰਮਤਿ ਦੀਆਂ। ਫਿਰ ਉੱਥੋਂ ਮਹਾਰਾਜ ਵਾਪਸ ਕਰਤਾਰਪੁਰ ਨੂੰ ਚਲੇ ਜਾਂਦੇ, ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਨੂੰ ਆ ਜਾਂਦੇ। ਜਦੋਂ ਖਡੂਰ ਸਾਹਿਬ ਪਹਿਲੀ ਵਾਰੀ ਆਉਂਦੇ ਆ ਨਾ, ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਜਾਂਦੇ ਆ ਤੇ ਮਾਤਾ ਵਿਰਾਈ ਦੇ ਘਰ ਦੇ ਵਿੱਚ ਗੁਰੂ ਅੰਗਦ ਸਾਹਿਬ ਜਿਹੜਾ ਸੀ ਦਰਵਾਜ਼ਾ ਬੰਦ ਕਰਕੇ ਉਹਨਾਂ ਨੇ ਕਹਿ ਦਿੱਤਾ ਮਾਤਾ ਵਿਰਾਈ ਨੂੰ ਕਿ ਸਾਡਾ ਦਰਵਾਜ਼ਾ ਕਿਸੇ ਨਹੀਂ ਖੋਲ੍ਹਣਾ, ਕਿਸੇ ਨੇ ਕੁੰਡਾ ਨਹੀਂ ਖੜਕਾਉਣਾ। ਤੇ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਆਪਾਂ ਉਹ ਸ਼ਬਦ ਪੜ੍ਹਦੇ ਹਾਂ ਗੁਰੂ ਅੰਗਦ ਸਾਹਿਬ ਦਾ, ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਏ, ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਇੰਨੇ ਵਿਰਾਗ ਦੇ ਵਿੱਚ ਆ ਗਏ ਕਿ
अंदर कुंडा ला के बैठ गए। संगत जिहड़ी सी बेबल सी। बाबा बुढ़ा साहिब दे कोल गए। इत्थे खडूर साहिब की धरती ते बाबा बुढ़ा साहिब जी आउंदे शब्द कीर्तन करदे। प्रभात फेरी जिहड़ी सी ये कत्थू नंगल की धरती तो आरंभ करके बाबा बुढ़ा साहिब शब्द पढ़दे आ अमृत वेले फिर इत्थे खडूर साहिब की धरती ते पहुँचते हैं। तो माता बिराई नूं एक गल कही सी बाबे बुढ़े ने कि माता जी साडे चेहरे मरझाए हुए है गुरु के दर्शनों तो बिना, तुहाडा चेहरा खिड़िया होया है, इहदा मतलब है कि गुरु नानक साहिब के दर्शन तुसीं रोजाना करदे हैं। गुरु नानक की जोत तुहाडे घर विच है, असीं उन्हां दे दर्शन करने चाहुंदे हैं। तो माता बिराई ने कहा सी है तो साडे घर दे अंदर है, पर हुक्म है कि दरवाज़ा नहीं खोलना, कुंडा नहीं खड़काउणा। तो संगत कहन लगी बाबा बुढ़ा साहिब हुण कहन लगे आओ बैठिए। शब्द विच बड़ी बड़ी ताकत है। गुरु नानक साहिब की पावन बाणी के शब्द बाबे बुढ़े ने अगे अगे पढ़े, संगत पिछे पढ़ती है। वो आवाज़ गुरु अंगद साहिब के कन्नां विच गई तो कुंडा खोल के आके संगत विच बैठ गए। बाबे बुढ़े साहिब ने नमस्कार की। गुरु अंगद साहिब कह लगे बाबा बुढ़ा जी तहानू किसी ने कहा नहीं कि कुंडा नहीं खड़काउणा, दरवाज़ा नहीं खोलना। हथ जोड़ के क्या पातशाह, ना किसी ने कुंडा खड़काया ना किसी ने दरवाज़ा खोलिया। गुरु अंगद साहिब ने गुरु नानक दे बाबे बुढ़े नूं सीने नाल ला के कहा सी बाबा बुढ़िया लोग बाहर दे कुंडे खड़काउंदे रहिंदे है, लोग बाहर दे दरवाजे खड़काउंदे रहिंदे, तैनूं गुरु नानक अंदर दे दरवाजे खोलण दी जाच दस गया कि गुरु नूं प्रगट किवें करीदा। जिस वेले प्रगट होंदे बाबा बुढ़ा साहिब संगतां आउंदियां ते माता खीवी जी जिहड़े गुरु अंगद साहिब दे महल सी, इन्हां ने एक बेनती कीती सी महाराज तुसीं 7 साल करतारपुर की धरती ते लाए है ते मैं 7 साल बच्चे संभाले, 30-32 साल की उम्र सी, नौजवान। जदों गुरु अंगद साहिब जी जाते है जवानी दे विच छड्ड के जाते माता खीवी नूं ते कहण लगे मैं बच्चियां दी संभाल भी कीती, लोकां दीयां गल्लां भी सुणीआं। बड़े ताने मिहणे मारे लोगों ने तुहाडे जाण तो बाद कि देवी का संग छड्ड दिता, देवी दी इन्हां नूं सराफ पै गया है, तां करके घर वाला उत्थे जाके फकीर बन गया, लोगों के दरवाज़िਆਂ दे अगे बैठा है। मैं लोगों दीयां बड़ियां गल्लां सुणीआं, पर मैं तुहानूं कदे सुनेहा नहीं भेजिया कि तुहाडी भगती दे विच किते कोई रुकावट ना पै जावे। लोगों के ताने मिहणे सुन के मैं इत्थे बच्चिਆਂ नूं भी संभालिया, दुकानदारी भी चलाई है ते रब की इबादत भी की ते रब अगे अरदासां भी कीतियां। गुरु नानक साहिब ने तुहानूं गुरता गद्दी दे के संगत की सेवा वास्ते लाया है ते मेरे वास्ते ते भी गुरु नानक साहिब ने कोई सेवा लाई होवेगी ना, मैं भी 7 साल बंदगी की है। तो गुरु अंगद साहिब ने माता खीवी नूं कहा हाँ खीवीए, जिथे गुरु नानक साहिब ने मैनू शब्द के लंगर की सेवा लाई है तैनूं उत्थे लंगरां की सेवा ला दी है, आए गए नूं प्रशादा पानी की सेवा तूं करनी है। तो माता खीवी का वो लंगर जिहड़ा सी उन्हां ने ला दिता, जिथे खीर का लंगर देसी घिओ दी विच प्या के खीर दे वो दिया करदे सी। ते माता खीवी का वो लंगर गुरबाणी के अंदर भी आपां पढ़दे हैं कि असल दे विच वो माता खीवी का लाया होया लंगर जिहड़ा अज भी मौजूद ते अज भी चलदा है। गुरु अंगद साहिब सच्चे पातशाह जी जिन्हां दा आपां प्रकाश गुरपुरब मना रहे हैं, सतगुरु जी रहमत करन, सब दियां हाजरियां प्रवान करन, दरों करो नामदान गुरसिੱਖੀ वाले जीवन बख्शिश करन। गुरु अंगद साहिब दे पाए हुए पूर्णिਆਂ ते चल के आपां जदों खडूर साहिब की धरती ते जाने, माला अखाड़ा गुरुद्वारा साहिब है जिथे गुरु नानक साहिब ने शब्द दे नाल जोड़िया सी, उत्थे गुरु अंगद साहिब ने शरीर नूं तंदुरुस्त रखण वास्ते मल अखाड़ा भी बनाया सी भी ये नहीं भी कड़ाह खा के दाल खा के ते तुहाडे शरीर इन्ने क फुੱਲ जाण भी काम करन जोगे ही ना रहण। तुसीं मल अखाड़े दे विच अपने शरीर नूं भी तंदुरुस्त रखना है, बीमारियां तो निजात पाउणी है। सो जे असीं वो सारियां गल्लां अपनी जिंदगी विच लागू करदे तो अज मेरा ख्याल है भी तकरीबन हर घर दे विच ही सारे वक्त नूं फड़े है भी आ नहीं खाना, आओ नहीं खाना, इहदे नाल पेट वध गया, इहदे नाल भार वध गया, इन्ने वजे आ खाना, इन्ने वजे आ खाना। जे किते शुरू तो ही गुरु की बाणी नूं, गुरु के इतिहास नूं फॉलो कीता हुंदा, उहनूं जिंदगी च वसाया हुंदा तो फिर मेरा नहीं ख्याल भी सानूं इहो जिहे सियापे करने पैंदे। गुरु रहमत करे, सब दे सीस ते मेहर भरिया हथ रखण, अपने चरणों का प्यार गुरसिੱਖੀ वाले जीवन बख्शण। सो आओ गुरुद्वारा साहिब के प्रधान सरदार इकबाल सिंह जी वो आप जी दे नाल अगले प्रोग्राम की सांझ पाउणगे, उन्हां दीयां विचारां सरवण करिए। वाहिगुरू जी का खालसा, वाहिगुरू जी की फतेह।